ਸਾਰੇ ਜੱਗ ਵਿੱਚ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ, ਤੁਹਾਡਾ ਭਰਾ ਤੇ ਮਾਂ ਬੋਲੀ ਦਾ ਨਿੱਕਾ ਜਿਹਾ ਸੇਵਕ ਡਾਕਟਰ ਐਮ ਐਚ ਬਾਬਰ ਹਾਜ਼ਰ ਹੈ ਜਨਾਬ ਇਲਿਆਸ ਘੁੰਮਣ ਹੋਰਾਂ ਦੀ ਜੱਗ ਧੁੰਮੀ ਕਿਤਾਬ ਵੰਡ ਦੀ ਕਿਸ਼ਤ ਨੰਬਰ 120 ਦੇ ਨਾਲ। ਤੇ ਅੱਜ ਇਹਦੇ ਸ਼ਾਮਲ ਹੈ ਜਨਾਬ ਕਹਾਣੀ ਨੰਬਰ 78। ਕਹਾਣੀ ਹੈ ਮੁਹੰਮਦ ਸ਼ੇਰ ਸਿੰਘ ਅਜੇ ਜ਼ਿੰਦਾ ਹੈ। ਇਹਦੇ ਲਿਖਿਆਰ ਨੇ ਚਰਨਜੀਤ ਸਿੰਘ ਪੰਨੂ, ਕੈਲੀਫੋਰਨੀਆ, ਅਮਰੀਕਾ ਤੋਂ। ਚਰਨਜੀਤ ਸਿੰਘ ਲਿਖਦੇ ਨੇ ਕਿ ਦੋ ਗਵਾਂਢੀ ਦੇਸ਼ਾਂ ਦੇ ਫੌਜੀ ਬੈਂਡਾਂ ਦੀ ਮਾਤਮੀ ਸੁਰ ਹਵਾ ਵਿੱਚ ਗੂੰਜ ਰਹੀ ਹੈ। ਫੌਜੀ ਆਪਣੇ ਹਥਿਆਰ ਨੀਵੇਂ ਕਰੀ ਇਸ ਅਨੋਖੇ ਕਿਸਮ ਦੇ ਸਾਂਝੇ ਸ਼ਹੀਦ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰ ਰਹੇ ਹਨ। ਇਸ ਨਖਸਮੀ ਧਰਤੀ ਤੇ ਦੋਨਾਂ ਪਾਸਿਆਂ ਤੋਂ ਫੁੱਲਾਂ ਦੀ ਵਰਖਾ ਮਿੱਠਾ ਮਿੱਠਾ ਦਰਦ ਪੈਦਾ ਕਰ ਰਹੀ ਹੈ। ਕੁਝ ਦੇਰ ਪਹਿਲਾਂ ਰਾਜੂ ਇਸ ਹੱਦ ਤੇ ਖੜਾ ਸੀ ਜਿਸ ਨੇ ਦੋ ਭਰਾਵਾਂ ਨੂੰ ਨਖੇੜ ਕੇ ਦੋ ਗਵਾਂਢੀ ਬਣਾ ਦਿੱਤਾ। ਇੱਕ ਘਰ ਨੂੰ ਪਾੜ ਕੇ ਦੋ ਦੇਸ਼ਾਂ ਹਿੰਦ ਤੇ ਪਾਕ ਨੂੰ ਜਨਮ ਦਿੱਤਾ ਤੇ ਵਸਦਾ ਰਸਤਾ ਗੁਲਸ਼ਨ ਛੰਨੀ ਛੰਨੀ ਕਰਕੇ ਰੱਖ ਦਿੱਤਾ। ਅੱਜ ਇੰਨੇ ਸਾਲਾਂ ਬਾਅਦ ਇਸ ਲਾਈਨ ਤੇ ਖੜੇ ਉਸ ਨੂੰ ਕੰਬਣੀ ਜੀ ਛਿੜ ਗਈ। ਉਸਨੇ ਚਾਹਿਆ ਕਿ ਨੱਸ ਕੇ ਛਾਲ ਮਾਰ ਕੇ ਸਾਹਮਣੇ ਦਿਸ ਰਹੀ ਚਿੱਟੀ ਮਮਟੀ ਤੇ ਜਾ ਕੇ ਦੋ ਚਾਰ ਹੰਝੂ ਘੇਰ ਕੇ ਆਪਣੀ ਅਕੀਦਤ ਦੀ ਚਾਦਰ ਚੜਾ ਆਏ। ਪਰ ਉਹ ਧਰਤੀ ਇਹ ਮਮਟੀ ਅੱਜ ਬੇਗਾਨੀ ਸੀ, ਗੈਰ ਸੀ ਤੇ ਉਸ ਪਾਸੇ ਪੈਰ ਰੱਖਣਾ ਖਤਰੇ ਤੋਂ ਖਾਲੀ ਨਹੀਂ ਸੀ। ਸਾਹਮਣੇ ਖੜੇ ਮਲੇਸ਼ੀਆ ਵਰਦੀ ਵਾਲੇ ਸਿਪਾਹੀ ਉਸ ਵੱਲ ਘੂਰ ਘੂਰ ਕੇ ਐਵੇਂ ਵੇਖ ਰਹੇ ਸਨ ਜਿਵੇਂ ਰਾਜੂ ਨੇ ਉਸ ਪਾਰ ਨਹਾ ਰਹੀ ਔਰਤ ਵੱਲ ਝਾਤੀ ਮਾਰ ਲਈ ਹੋਵੇ। ਉਸ ਨੂੰ ਇਹਨਾਂ ਰਾਖਿਆਂ ਤੇ ਤਰਸ ਆਇਆ ਅਤੇ ਗੁੱਸਾ ਵੀ, ਪਰ ਵਿੱਚੇ ਵਿੱਚ ਪੀ ਗਿਆ। ਉਸ ਦੀਆਂ ਸੋਚਾਂ ਦੇ ਖੰਭ ਹਜ਼ਾਰਾਂ ਮੀਲ ਦੀ ਰਫ਼ਤਾਰ ਨਾਲ 24 ਸਾਲ ਪਿੱਛੇ ਬ੍ਰਿਟਿਸ਼ ਭਾਰਤ ਦੇ ਪਿੰਡ ਜਾ ਪਹੁੰਚੇ। ਚੰਨਾ ਥੋੜ੍ਹੀ ਦੇਰ ਦੋ ਕੁ ਰਾਤਾਂ ਚੜ੍ਹਨਗੀਆਂ, ਨਵੀਆਂ ਪ੍ਰਭਾਤਾਂ ਪਾਵਾਂਗੇ ਜਦ ਵਸਲ ਵਿੱਚ ਬਾਤਾਂ, ਉਦੋਂ ਸਾਨੂੰ ਕੋਈ ਜੁਦਾ ਨਹੀਂ ਕਰ ਸਕੇਗਾ ਅਤੇ ਅਸੀਂ ਹਰ ਸਮਾਜਿਕ ਰੁਕਾਵਟ ਕੁਚਲ ਕੇ ਗਲਵੱਕੜੀ ਪਾ ਸਕਾਂਗੇ। ਫਿਰ ਸਾਨੂੰ ਕੋਈ ਨਖੇੜ ਨਹੀਂ ਸਕੇਗਾ। ਤੂੰ ਆਪਣੇ ਅੱਬੂ ਦੀ ਸ਼ਾਨ, ਇੱਜ਼ਤ, ਪਰੰਪਰਾਈ ਧਾਰਮਿਕ ਰਹਿ ਰੀਤਾਂ ਅਤੇ ਸਮਾਜਿਕ ਕੜੀਆਂ ਨੂੰ ਤੋੜ ਕੇ ਇਹਨਾਂ ਤੋਂ ਨਿਰਲੇਪ ਸੁਤੰਤਰ ਹੋ ਕੇ ਪਹਾੜ ਨੂੰ ਕਿਵੇਂ ਮੱਥਾ ਮਾਰ ਸਕੇਗੀ? ਤੇਰਾ ਇਹ ਸੋਹਲ ਨਾਜ਼ੁਕ ਮੱਥਾ ਪੱਥਰ ਦਿਲ ਸਮਾਜ ਨਾਲ ਟਕਰਾ ਕੇ ਛੇੜੇ ਛੇੜੇ ਹੋ ਜਾਵੇਗਾ। ਸਾਡਾ ਪਿਆਰ ਸਮਾਜਿਕ ਬਗਾਵਤ ਸਮਝੀ ਜਾਵੇਗੀ। ਉਹ ਸਮਾਜ ਜਿੱਥੇ ਦੋ ਪ੍ਰੇਮੀਆਂ ਨੂੰ ਦੇਖ ਕੇ ਨਫ਼ਰਤ ਦੇ ਲਾਵੇ ਫੁੱਟਦੇ ਹਨ, ਜਿੱਥੇ ਦੋ ਰੂਹਾਂ ਦੀ ਨੇੜਤਾ ਖਤਮ ਕਰਨ ਲਈ ਕਟਰਾਂ ਦੀ ਸ਼ਰੇਆਮ ਵਰਤੋਂ ਹੁੰਦੀ ਹੈ, ਸਾਡੀ ਮੁਹੱਬਤ ਸਵੀਕਾਰ ਕਿਵੇਂ ਕਰੇਗਾ? ਤੇ ਉਪਰੰਤ ਤੋਂ ਮੋਮਨ ਮੈਂ ਸਿੱਖ, ਇਹ ਹਰਗਜ਼ ਨਹੀਂ ਹੋ ਸਕਦਾ ਨਸੀਬ। ਮੈਨੂੰ ਡਰ ਹੈ ਤੇਰੇ ਲਾਰੇ ਮੈਨੂੰ ਝੁਟਲਾ ਜਾਣਗੇ ਤੇ ਮੈਂ ਇਹਨਾਂ ਦਾ ਫਟਿਆ ਕਿਧਰੇ ਦਰ ਦਰ ਭਟਕਦਾ ਫਿਰਾਂਗਾ। ਨਹੀਂ ਨਹੀਂ ਰਾਜ, ਇਸ਼ਕ ਤੇ ਮੁਹੱਬਤ ਜਾਤ ਕੋ ਜਾਤ ਜਾਂ ਧਰਮ ਅਧਰਮ ਦੀ ਵਲਗਣ ਨਹੀਂ ਜਾਣਦਾ। ਕੀ ਹੋਇਆ? ਜਾਤ ਤੇ ਧਰਮ ਦੇ ਜ਼ੰਜੀਰ ਸਾਨੂੰ ਅੱਡ ਅੱਡ ਕਿੱਲਿਆਂ ਨਾਲ ਕੱਸਣ ਦੀ ਕੋਸ਼ਿਸ਼ ਕਰਨਗੇ, ਪਰ ਅਸੀਂ ਇਹ ਤੋੜਾਂਗੇ। ਆਖਰ ਮੈਂ ਇੱਕ ਔਰਤ ਹਾਂ ਤੇ ਇੱਕ ਔਰਤ ਦੀ ਸ਼ਾਦੀ ਜਾਂ ਪਿਆਰ ਹਮੇਸ਼ਾ ਇੱਕ ਮਰਦ ਨਾਲ ਹੀ ਹੋ ਸਕਦੀ ਹੈ, ਦੂਜੇ ਨਾਲ ਨਹੀਂ। ਜ਼ਾਤੀ ਵਿਤਕਰੇ ਕੁਝ ਸਮਾਜਿਕ ਗਲ ਘੋਟੂਆਂ ਦੇ ਹੱਥਾਂ ਵਿੱਚ ਕਠਪੁਤਲੀ ਹਨ ਅਤੇ ਅਸੀਂ ਇੱਕ ਕੁਤਰ ਕੇ ਭੰਨ ਮਰੋੜ ਕੇ ਸਾਫ਼ ਤੇ ਖੁੱਲ੍ਹੀ ਲੀਹ ਪਾ ਸਕਾਂਗੇ ਜਿੱਥੇ ਦੋ ਪ੍ਰੇਮੀਆਂ ਨੂੰ ਜਿਉਣ ਦੀ ਖੁੱਲ੍ਹ ਹੋਵੇਗੀ। ਮਿਸਟਰ ਰਾਜ ਐਂਡ ਨਸੀਮ ਸਟੈਂਡ ਅਪ। ਕੜਕਵੀਂ ਆਵਾਜ਼ ਨਾਲ ਪਿੱਛੇ ਬੈਂਚ ਦੋ ਅਨਭੋਲ ਪੰਛੀ ਰਾਜ ਤੇ ਨਸੀਮਾਂ ਦੀ ਪਿਆਰ ਗੋਸ਼ਟੀ ਵਿੱਚ ਵਿਘਨ ਪੈ ਗਿਆ। ਮੁਨਸ਼ੀ ਉਹਨਾਂ ਵੱਲ ਐਵੇਂ ਵੇਖ ਰਿਹਾ ਸੀ ਜਿਵੇਂ ਦੋਹਾਂ ਨੂੰ ਇੱਕੇ ਸਾਹੇ ਨਿਗਲ ਜਾਣਾ ਚਾਹੁੰਦਾ ਹੋਵੇ। ਹਾਂ ਜੀ ਸਰਕਾਰ, ਕੀ ਗੁਫ਼ਤਗੂ ਚੱਲ ਰਹੀ ਹੈ? ਕਲਾਸ ਵਿੱਚ ਗੁਫ਼ਤਗੂ? ਜੀ, ਮੈਂ ਤਾਂ ਨਸੀਮਾ ਨੂੰ ਸਵਾਲ ਸਮਝਾ ਰਿਹਾ ਸੀ। ਅੱਛਾ, ਸਵਾਲ ਪਾ ਰਿਹਾ ਸੀ ਜਾਂ ਸਮਝਾ ਰਿਹਾ ਸੀ? ਨਸੀਮਾ, ਤੂੰ ਇਹ ਉਸਤਾਦ ਕਦੋਂ ਤੋਂ ਲੱਭ ਲਿਆ? ਤਾਂ ਫਿਰ ਤੈਨੂੰ ਸਕੂਲ ਆਉਣ ਦੀ ਕੀ ਲੋੜ ਹੈ? ਬਾਹਰੇ ਹੀ ਇਸ ਕੋਲੋਂ ਸਬਕ ਲਿਆ ਕਰ। ਮੁਨਸ਼ੀ ਦਾ ਵਿਅੰਗਾਤਮਕ ਤੀਰ ਨਸੀਮਾ ਸਹਾਰ ਨਾ ਸਕੀ। ਉਸ ਕੋਲ ਰੋਣ ਤੋਂ ਬਿਨਾਂ ਹੋਰ ਕੋਈ ਜਵਾਬ ਨਹੀਂ ਸੀ। ਜੀਵਨ ਦੀ ਰੌ ਆਪਣੇ ਪੂਰੇ ਵੇਗ ਨਾਲ ਜਾਂਦੀ ਹੈ, ਕੋਈ ਰਸਤੇ ਦੀ ਠੋਕਰ ਇਸ ਨੂੰ ਰੋਕ ਨਹੀਂ ਸਕਦੀ। ਜਜ਼ਬਾਤੀ ਵਹਿਣ ਤੂਫਾਨ ਵਾਂਗ ਆਉਂਦਾ ਹੈ। ਪਿਆਰ ਅੱਗੇ ਕੋਈ ਵੀ ਰੁਕਾਵਟ ਦੋ ਪ੍ਰੇਮੀਆਂ ਦੇ ਮਨੋਭਾਵਾਂ ਨੂੰ ਟੁੰਬਦੀ ਤੇ ਹੋਰ ਤੇਜ਼ ਪ੍ਰਚੰਡ ਕਰਦੀ ਹੈ। ਇਸ਼ਕ ਛੁਪਾਇਆ ਨਹੀਂ ਜਾ ਸਕਦਾ। ਇਸ ਦੀਆਂ ਲਪਟਾਂ ਆਪ ਮੂਹਰੇ ਥੂਮ ਦੀ ਤੁਰੀ ਵਾਂਗ ਹਵਾ ਵਿੱਚ ਆਪਣਾ ਰੰਗ ਛੱਡ ਜਾਂਦੀਆਂ ਹਨ। ਛੁੱਟੀ ਹੋ ਗਈ, ਨਸੀਮਾ ਘਰ ਚਲੀ ਗਈ। ਪਰ ਫਿਰ ਸਕੂਲ ਆਉਣਾ ਉਸ ਨੂੰ ਨਸੀਬ ਨਾ ਹੋਇਆ। ਮੁਨਸ਼ੀ ਨੇ ਉਸ ਦੇ ਘਰ ਉਲਾਂਭਾ ਪਹੁੰਚਾ ਦਿੱਤਾ।
ਰਾਜੂ ਦਮੇ ਦੇ ਮਰੀਜ਼ ਵਾਂਗ ਪਹਿਲੀ ਘੰਟੀ ਤੋਂ ਲੈ ਕੇ ਆਖਰੀ ਘੰਟੀ ਤੀਕ ਉਸ ਦਾ ਰਾਹ ਵੇਖਦਾ ਰਹਿੰਦਾ, ਪਰ ਉਹ ਨਾ ਆਈ। ਰਾਜੂ ਵਿੱਚੇ ਵਿੱਚ ਕੁੜਦਾ ਰਿਹਾ। ਇਹ ਬਿਮਾਰੀ ਹੀ ਐਸੀ ਹੈ ਜਿਸ ਦਾ ਇਲਾਜ ਹੋਰ ਕਿਸੇ ਕੋਲ ਹੈ ਹੀ ਨਹੀਂ ਸੀ। ਗਵਾਂਢ ਵਿੱਚ ਰਹਿੰਦੇ ਹੋਏ ਵੀ ਨਸੀਮਾ ਪਤਾ ਨਹੀਂ ਕਿਹੜੇ ਭੌਰੇ ਵਿੱਚ ਵੜ ਗਈ। ਉਹ ਫਿਰ ਕਦੇ ਨਾ ਦਿਸੀ ਅਤੇ ਨਾ ਹੀ ਕਦੇ ਉਸ ਦਾ ਮਿੱਠਾ ਗੀਤ ਸੁਣਾਈ ਦਿੱਤਾ। ਪਿੰਡਾਂ ਦੇ ਮੁੰਡੇ ਕੁੜੀਆਂ ਚੰਦ ਦੀ ਚਾਨਣੀ ਰਾਤ ਵਿੱਚ ਲੁਕਣ ਮੀਟੀ ਖੇਲਣ ਨਿਕਲਦੇ, ਪਰ ਉਹ ਮੁੜ ਕਦੇ ਨਾ ਆਈ। ਛੂ ਲਿਆਈ ਇੱਕ ਮਿੱਠੀ ਜਿਹੀ ਹਸੀਨ ਯਾਦ ਬਣ ਕੇ ਰਹਿ ਗਏ। ਮੁੰਡੇ ਕੁੜੀਆਂ ਬਹੁਤ ਹੈਰਾਨ ਸਨ ਕਿ ਲੁਕਣ ਮੀਟੀ ਵੇਲੇ ਰਾਜੂ ਹਮੇਸ਼ਾ ਨਸੀਮਾ ਨੂੰ ਜਾ ਫੜਦਾ ਅਤੇ ਨਸੀਮਾ ਕਿਸੇ ਖੌਲੇ ਦੀ ਨੁੱਕਰ ਵਿੱਚ ਲੁਕੇ ਰਾਜੂ ਨੂੰ ਜਾ ਛੂੰਹਦੀ। ਪਰ ਉਹ ਫਿਰ ਕਿੰਨਾ ਚਿਰ ਗਿਟਮਿਟ ਕਰਦੇ ਰਹਿੰਦੇ ਜਦ ਤੱਕ ਦੂਜੇ ਹਾਣੀਆਂ ਦੀ ਟਾਣੀ ਉਹਨਾਂ ਨੂੰ ਟੋਲਣ ਨਾ ਤੁਰ ਪੈਂਦੀ। ਹੁਣ ਇਹ ਆਵਾਜ਼ਾਂ ਉਸ ਨੂੰ ਫਜ਼ੂਲ ਦਾ ਸ਼ੋਰ ਜਾਪਦੀਆਂ ਸਨ। ਬੁਝਲੇ ਪੈੜ ਦੀ ਕੋਸੀ ਜਿਹੀ ਮਿਸਾਜ ਵਾਂਗ ਉਸ ਦੇ ਪਿੰਡੇ ਤੇ ਚਰਨਾਹਟ ਫਿਰਨ ਲੱਗੀ। ਉਹ ਜਿਉਂ-ਜਿਉਂ ਘਟਦੀ ਜਾਂਦੀ, ਉਹ ਤਿਉਂ-ਤਿਉਂ ਸੁੰਗੜਦਾ ਜਾਂਦਾ। ਉਸ ਨੇ ਆਪਣੇ ਦੋਵੇਂ ਹੱਥ ਇਸ ਦੇ ਅੱਖਾਂ ਤੇ ਖੋਪਿਆਂ ਵਾਂਗ ਰੱਖ ਛੱਡੇ ਸਨ। ਪਲਕ ਝਪਕ ਵਿੱਚ ਉਹ ਸੋਚ ਨਹੀਂ ਸਕਿਆ ਕਿ ਅਚਾਨਕ ਉਸ ਨੂੰ ਇਹ ਬਲਾਮਤ ਕਿਵੇਂ, ਕਿੱਥੋਂ, ਕੌਣ ਆਣ ਪਈ ਹੈ। ਹੈਰਾਨੀ ਨਾਲ ਉਹ ਹਾਲੋਂ ਬੇਹਾਲ ਹੋ ਰਿਹਾ ਸੀ। ਅਜਨਬੀ ਦਾ ਧੜਕਦਾ ਸੀਨਾ ਉਸ ਨੂੰ ਹੋਰ ਪਰੇਸ਼ਾਨ ਕਰ ਰਿਹਾ ਸੀ। ਬਾਨੋ ਦੀ ਸਰੀਰਕ ਖੁਸ਼ਬੂ ਤਾਂ ਉਸ ਨੇ ਜਾਣ ਲਈ, ਪਰ ਉਹ ਕਿਵੇਂ ਆ ਸਕਦੀ ਹੈ? ਇਸ ਕਸ਼ਮਕਸ਼ ਵਿੱਚ ਉਸ ਦੀ ਨੀਂਦਰ ਖੁੱਲ੍ਹ ਗਈ। ਉਹ ਪਸੀਨਾ ਪਸੀਨਾ ਹੋ ਰਿਹਾ ਸੀ। ਇਹ ਕੌਣ ਹੈ ਜੋ ਉਸ ਦੀਆਂ ਨੀਂਦਰਾਂ ਵਿੱਚ ਆ ਕੇ ਖਿੱਲੜ ਮਚਾ ਰਹੀ ਹੈ? ਇਹ ਬਾਨੋ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦੀ, ਪਰ ਉਸ ਦਾ ਦੁਬਾਰਾ ਮਿਲਣਾ ਬਿਲਕੁਲ ਨਾਮੁਮਕਿਨ ਸੀ। ਇੱਕ ਰਾਤ ਜਦ ਬਲਦਾਂ ਦੇ ਪੈਰਾਂ ਦੀਆਂ ਟਾਪਾਂ ਮੱਧਮ ਹੋ ਗਈਆਂ ਸਨ ਅਤੇ ਖੂਹਾਂ ਦੇ ਕੁੱਤੇ ਦੀ ਟਿਕ ਟਿਕ ਵੀ ਧੀਮੀ ਹੋ ਗਈ ਸੀ, ਦੁਨੀਆ ਆਪਣੇ ਦਿਨ ਦੇ ਕਾਰ ਵਿਹਾਰ ਤੋਂ ਵਿਹਲੀ ਹੋ ਕੇ ਨੀਂਦ ਰਾਣੀ ਦੀ ਗੋਦ ਵਿੱਚ ਸੁਪਨੇ ਲੈ ਰਹੀ ਸੀ। ਤਾਰਿਆਂ ਦੀ ਝੁੰਡਲੀ ਨੇ ਰਲ ਕੇ ਸੂਰਜ ਦੀ ਸਲਤਨਤ ਉੱਤੇ ਕਬਜ਼ਾ ਜਮਾ ਲਿਆ ਸੀ। ਚੰਦਰ ਦੇਵਤਾ ਪੂਰੇ ਜੋਬਨ ਨਾਲ ਆਪਣੀ ਮਿਲੀ ਠੰਡੀ ਰੋਸ਼ਨੀ ਵੰਡ ਰਿਹਾ ਸੀ। ਲੁਕਣ ਮੀਟੀ ਖੇਲਣ ਵਾਲੇ ਹਾਣੀਆਂ ਦੀ ਟਾਵੀਂ ਟਾਵੀਂ ਆਵਾਜ਼ ਚੁੱਪ ਚੁਪੀ ਤੇ ਸੋਚਾਂ ਵਿੱਚ ਡੁੱਬੇ ਰਾਜੂ ਦੀ ਚੇਤਨਾ ਨੂੰ ਭੜਕਾ ਗਈ। ਛੂ ਲਿਆਈ ਬਰੀਕ ਮੱਧਮ ਆਵਾਜ਼ ਨਾਲ ਕਿਸੇ ਆਦਮ ਕਦ ਬੁੱਤ ਨੇ ਰਾਜੂ ਨੂੰ ਆ ਕੇ ਦਬੋਚ ਲਿਆ। ਭੂਤ, ਚੋਰ ਸ਼ਬਦ ਉਸ ਦੇ ਮੂੰਹ ਵਿੱਚ ਹੀ ਅੜ ਰਿਹਾ। ਉਸ ਨੂੰ ਕੰਬਣੀ ਛਿੜ ਗਈ, ਕਿਉਂਕਿ ਉਸ ਨੇ ਸੁਣਿਆ ਸੀ ਕਿ ਰਾਤ ਨੂੰ ਭੂਤ ਆ ਕੇ ਦਬਾਅ ਪਾ ਲੈਂਦੇ ਨੇ। ਨਹੀਂ ਰਾਜੂ, ਮੈਂ ਚੜੇਲ ਭੂਤ ਨਹੀਂ, ਮੈਂ ਨਸੀਮਾ। ਤੂੰ ਨਸੀਮਾ ਨਹੀਂ। ਕਿੰਨਾ ਚੰਗਾ ਹਸੀਨ ਸੁਪਨਾ। ਕਾਸ਼ ਇਹ ਸੱਚ ਹੋ ਜਾਵੇ। ਸੁਪਨਾ ਨਹੀਂ ਮੇਰੇ ਪਿਆਰੇ, ਮੈਂ ਸੱਚਮੁੱਚ ਹੀ ਨਸੀਮਾ ਹਾਂ। ਉਹ ਰਾਜੂ ਤੇ ਗੱਲ ਚੰਬੜ ਗਈ। ਰਤੀ ਸਰੀਰ ਵਿੱਚੋਂ ਨਸੀਮਾ ਦੀਆਂ ਹੱਡੀਆਂ ਰਾਜ ਨੂੰ ਚੁੱਭ ਗਈਆਂ। ਨਹੀਂ, ਤੂੰ ਨਸੀਮਾ ਨਹੀਂ। ਉਸ ਦੀਆਂ ਪਿੰਡਲੀਆਂ ਅਜਿਹੀਆਂ ਨਹੀਂ ਸਨ। ਪਿਆਰ ਦੇ ਸੈਂਸੇ ਨੇ ਮੇਰੀ ਰੱਤ ਚੂਸ ਲਈ ਹੈ। ਮੇਰੇ ਪਿਆਰੇ, ਤੇਰੇ ਪਿਆਰ ਫੱਟਾ ਨੇ ਮੈਨੂੰ ਬਰਾਦਰੀ ਵਿੱਚੋਂ ਛੇਕ ਦਿੱਤਾ ਹੈ, ਮੇਰੇ ਮਾਂ ਪਿਓ ਨੂੰ ਛੇਕ ਦਿੱਤਾ ਹੈ। ਤਾਂ ਦੱਸ, ਮੇਰੇ ਕੋਲ ਹੱਡੀਆਂ ਦੀ ਥਾਂ ਕੀ ਰਹਿ ਸਕਦਾ ਹੈ? ਤੂੰ ਮੈਨੂੰ ਇਤਨਾ ਰੋਲ ਕੇ ਕੀ ਕਰਨਾ ਹੀ ਹੈ? ਹੁਣ ਮੇਰੇ ਜ਼ਖਮ ਸਜਰੇ ਕਰਨ ਤੂੰ ਬਿਨਾਂ। ਮੈਨੂੰ ਮਾਫ਼ ਕਰ ਦੇ ਮੇਰੇ ਪਿਆਰੇ, ਮੇਰਾ ਕੋਈ ਕਸੂਰ ਨਹੀਂ। ਮੈਂ ਤਾਂ ਵੰਜਾਰਨ ਹਾਂ ਤੇਰੇ ਦੀਦ ਦੀ। ਮੇਰੇ ਘਰ ਪਤਾ ਲੱਗ ਗਿਆ ਹੈ, ਮੁਹੱਲੇ ਵਿੱਚ ਪਤਾ ਲੱਗ ਗਿਆ ਹੈ। ਮੈਂ ਕੀ ਦੱਸਾਂ ਮੇਰੇ ਨਾਲ ਕੀ ਜ਼ੁਲਮ ਢਾਏ ਜਾ ਰਿਹਾ। ਕਾਜ਼ੀਆਂ ਨੇ ਮੈਨੂੰ ਸਿਰ ਕਲਮ ਦਾ ਫਤਵਾ ਸੁਣਾ ਦਿੱਤਾ ਹੈ। ਮੈਂ ਕੋਈ ਦਿਨਾਂ ਦੀ ਪ੍ਰਾਹੁਣੀ ਹਾਂ। ਮੈਨੂੰ ਤੇਰੀ ਵਫਾਦਾਰੀ ਤੇ ਸ਼ੱਕ ਹੋਣ ਲੱਗਾ। ਮੇਰੀ ਡਾਰ। ਰਾਜੂ ਨੇ ਨਸੀਮਾ ਨੂੰ ਪਿੱਛੇ ਟੇਕ ਦਿੱਤਾ। ਨਹੀਂ ਮੇਰੇ ਸਰਤਾਜ, ਮੇਰੀ ਜਾਨ, ਮੈਂ ਤੈਥੋਂ ਖੈਰਾਤ ਮੰਗਣ ਆਈ ਹਾਂ। ਝੋਲੀ ਅੱਡਦੀ ਹਾਂ, ਖੈਰ ਪਾ ਦੇ, ਖਾਲੀ ਨਾ ਮੋੜੀ। ਮੈਨੂੰ ਪਤਾ ਲੱਗਿਆ ਭਈ ਹਿੰਦੂ, ਸਿੱਖਾਂ, ਮੁਸਲਮਾਨਾਂ ਦੇ ਫਸਾਦ ਹੋਣ ਵਾਲੇ ਨੇ ਤੇ ਲੁੱਟ ਮਾਰ ਕੇ ਹਿੰਦੂਆਂ ਨੂੰ ਇੱਥੋਂ ਕੱਢ ਦੇਣਾ। ਤੂੰ ਮੈਨੂੰ ਪਹਿਲਾਂ ਹੀ ਲੈ ਚੱਲ ਕਿਧਰੇ। ਇਹ ਲੋਕ ਸਾਨੂੰ ਜ਼ਿੰਦਾ ਨਹੀਂ ਰਹਿਣ ਦੇਣਗੇ। ਨਸੀਮਾ ਦੀਆਂ ਸਿਸਕੀਆਂ ਦੀ ਆਵਾਜ਼ ਰਾਤ ਦੀ ਚੁੱਪ ਨੂੰ ਤੋੜਦੀ ਕਿੰਨੀ ਦੇਰ ਗੂੰਜਦੀ ਰਹੀ। ਉਹ ਬੇਧਿਆਨੇ ਆਪਣੇ ਦਿਲ ਦੀ ਪੜਾਸ ਕੱਢਦੇ ਰਹੇ। ਹਿੰਦੂ ਤੇ ਮੁਸਲਮਾਨ ਭਾਈ ਭਾਈ ਹਨ ਮੇਰੀ ਜਾਨ। ਇਹ ਕਦੇ ਵੀ ਅੱਡ ਅੱਡ ਨਹੀਂ ਹੋ ਸਕਦੇ। ਮਾਸ ਨਹੁੰਆਂ ਤੋਂ ਕਦੇ ਨਖੇੜਿਆ ਨਹੀਂ ਜਾ ਸਕਦਾ। ਚੋਰੀ ਨਿਕਲ ਜਾਣ ਦਾ ਮਤਲਬ ਹੋਵੇਗਾ ਕਿਸੇ ਦੀ ਧੀ ਭੈਣ ਨੂੰ ਉਦਾਲਣਾ, ਜਿਸ ਦੇ ਮੈਂ ਹੱਕ ਵਿੱਚ ਨਹੀਂ। ਹਾਂ, ਜੇ ਸਾਨੂੰ ਕੋਈ ਕਾਜ਼ੀ ਨਹੀਂ ਚੱਲਦਾ ਤਾਂ ਚੱਲ ਗੁਰਦੁਆਰੇ ਲਾਵਾਂ ਲੈ ਲਈਏ। ਇਸ ਨਾਲ ਕਾਜ਼ੀਆਂ ਤੋਂ ਛੁਟਕਾਰਾ ਤੇ ਸਾਡੇ ਜੀਵਨ ਮਨੋਰਥ ਦਾ ਇੱਕ ਪੜਾਅ ਸਿਰ ਹੋ ਜਾਏਗਾ। ਅਗਲੇ ਹੀ ਦਿਨ ਗੁਪਤ ਪਿੰਡ ਵਿੱਚ ਲਾਵਾਂ ਪੜ੍ਹੀਆਂ ਗਈਆਂ। ਲੋਕ ਹੈਰਾਨ ਹੋ ਰਹੇ ਸਨ। ਵਿਆਹ ਕੇ ਨਿਕਾਹ, ਜਿੱਥੇ ਲੜਕੀ ਮੋਮਨ ਤੇ ਲੜਕਾ ਸਿੱਖ ਹੈ, ਉਹਨਾਂ ਦੀ
प्यारी सुहाग रात भी दुनिया तो चोरी किसी बाग बगीचे में ही गुजरी तो उन्हें उस कहानी का मुढ़ छो लिया सी जिसका भेद सिर्फ उन्होंने कोल ही सी। लुक छुप के 8 महीने लंघे, ये खबर जंगल की अग वांग सारे देश में फैल गई। कई मुतसब पार्टियां ने अजय निकाहां की घोर निंदिया करदियां सिंह अड्डे इन्हां नाल मुस्लिम धर्म भ्रिष्ट हो गया है, काफर साड़ियां कुड़ियां मल्लो जोरी विआह रहे हैं, ये जनूनी चंगाड़ी मगदी भबोखा बन गई। हिंदुआं दे पिंडां विचों अग दे शोले उठन लगे। एक टोला राजू के घर वाल वधिया, पर उस तो पहला ही पिंडों निकल चुका सी। नसीमा उसके पिछे, पर उस नस नहीं सी सकती। मुसीबतां नाल मत्था मारदे कंडियाले राहां ते ये जीवन साथी हिंदुआं दे काफले नाल सरहद वाल वधे। उन्हां दे साह विच साह आया। इत्थे उन्हां नूं कोई पछाणन वाला नहीं सी, पर अचानक मुसलमानां दे हथियारबंद दस्ते ने हमला कर दिता। मावां अपनी जान बचाउंदियां होईयां, पुत्तर भी न साम सकियां। राजू भी लोकां नाल बच के निकल तुरिया। पिछे उसने देखिया नसीमा हमलावरां दे घेरे विच फसी हुई हथ जोड़ रही सी। फड़ लो इस सिखड़ी नूं, ये ना चली जावे, धाड़वी भीड़ ललकार रही सी। राजू पिछे झपटिया, पर नसीमा पहले ही मुसलमानां ने घो सुटी सी। खून की छपड़ी विच लथपथ करा रही सी। हाय राजू, हाय अल्लाह। उस वेले एक मास का लुथड़ा उसके कपड़ियां तो बाहर दूर जा डिगा सी। बच्चे की म्यां ट्यां की मरदावी आवाज़ सुन के नसीमा ने अखां पुटियां। एक नन्ही जी जान उसके पैरों में लेट रही सी। लैला राज, लै जा अपनी प्रेम निशानी। राज, मेरे लाल का नां राम मुहम्मद सिंह रखी। ये मोमना ते सिखां दियां रगां दा सांझा खून, दो कौमां दे सुमेल की निशानी साम के रखी। ये दो कौमां नूं दुफेड़न तो बचा सकेगा। आखिरी पैगाम मुसलमान लुटेरियां दे कन खोल गया। अल्लाह की औलाद नूं मोमन चुक के लै गए। राजू नूं कुछ ना मिलिया। अपनियां जानां पिछे छड्ड के वो पूर्वी पंजाब वल हद पार कर आया। मुहम्मद शेर सिंह के रोवण की आवाज़ हुण भी किन्ने साल बाद उसके कन्नां विच ताज़ा सी। मुहम्मद शेर सिंह रोण की आवाज़ हुण भी किन्ने साल बाद उसके कन्नां विच ताज़ा ताज़ा जापी। वो हसिया, मुस्कुराया ते सामने ममटी वाल हाथ जोड़ के खड़ो गया। ये ओह ममटी सी जिथे उसकी नसीमा की रुलदी लाश उसने आखिरी बार देखी सी। ये उही थां सी जिथों मुहम्मद शेर सिंह उसके हथों खुस गया सी। सरदार जी बचो, सरदार जी बचो। राजू के नाल बार्डर के सिपाही ने मोढा हलूण के उसनूं एक लम्मे सपने तो जगा दिता। वो दोवें चुफाल लम्मे पै गए तो पारों काड़ काड़ करदियां गोलियां उन्होंने सिरां उपरों लंघ गई। सरदार जी, उन्हें लोड़ा वजन लगा सी। ये तो साडे गवांढी सरहद लागे कोई बंदा परिंदा आ जाए तो फड़ के परे तक लै जाते हैं। वो अजिहा क्यों करते हैं जो मुहम्मद शेर अजे जिंदा है? आखिर तो साडे भाई ही हैं। मैनू यकीन है मेरा लाल मुहम्मद शेर सिंह अजे जिंदा है। मैनू आस है वो दो देशों में अमन कर सकेगा। केड़ा मुहम्मद शेर सिंह? सिपाही सब कुछ समझण तो असमर्थ सी। मुहम्मद शेर सिंह आ मेरे बेटे, मेरी नसीमा की निशानी, मेरा कालजा शांत कर। आ तेनू अपनी हिक नाल लावां बेटा मुहम्मद शेर। मैं तेनू पछाण लिया, तू ही मेरा मुहम्मद शेर सिंह आ। तू हुण मेरे तो ओहले नहीं हो सकता। मैं तेरा बदनसीब बाप हाँ। कहंदा कहंदा राजू सरहद वल नूं वधिया। इधर खड़े पाकिस्तानी सिपाहियों की टुकड़ी विचों एक सिपाही हथियार सुट के बाहां अड्डी उस वल संतोड़ नसिया। नखसमी धरती ते दोवें प्यो पुत्र 24 साल बाद बाहां अड्ड के मिले। ना मारो, ना मारो। यह पुराना रिश्ता गंढ रहे हैं। एक साथी सिपाही पाकिस्तानी सिपाही नूं राजू के गले लगते देख के पुकारिया। दूजे ही पल यह नखसमी धरती भी राजू के लहू नाल रंगी गई। अच्छा मेरे बेटे, यह मेरी शरदा दे फुल, अपनी मां की ममटी जो मैं चोरी छप्पे तुहाडी हद विच बना आया सी ते चढ़ा देवी। तेरी मां का पैगाम मेरा बेटा दो कौमां सिखां ते मुसलमानां विचकार सद्भावना बरकरार रखेगा। याद रखी, सिख मुसलमान भाईचारा जिंदाबाद। हवालदार मुहम्मद शेर सिंह नूं याद आया। दीवाने लाहौर की जुबानी सुनी कहानी उसने अपने साथियों को सुनाई जो राजू के टुटे पुट्टे लड़खड़ाते शब्दों नाल मेल खाती सी, पर राजू बच ना सकिया। अच्छा मेरे अब्बा,
ਮੈਂ ਤੁਹਾਡੇ ਦਿਲੀ ਅਰਮਾਨ ਦੁਨੀਆ ਤੱਕ ਪਹੁੰਚਾਵਾਂਗਾ ਤੇ ਬਿਖਰੇ ਹੋਏ ਸਿੱਖ ਮੁਸਲਮਾਨ ਭਾਈਚਾਰੇ ਦਾ ਸੁਮੇਲ ਕਰਕੇ ਤੁਹਾਡੀ ਆਤਮਾ ਨੂੰ ਸ਼ਾਂਤੀ ਦਿਆਂਗਾ। ਮੁਹੰਮਦ ਸ਼ੇਰ ਸਿੰਘ ਨੇ ਆਖਰੀ ਸਲਾਮ ਨਾਲ ਉਹ ਫੁੱਲ ਇੱਟਾਂ ਤੇ ਰੱਖਦੇ ਹੰਝੂਆਂ ਦੀ ਬਰਸਾਤ ਬਰਸਾ ਕੇ ਆਪਣਾ ਮਨ